ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ। ਧੰਨ ਧੰਨ ਤੇਰੇ ਸਿੱਖ, ਧੰਨ ਤੇਰਾ ਖਾਲਸਾ ਮੇਰੇ ਸਤਿਗੁਰੂ। ਕੀ ਆਖਦਾ ਹੈ ਸਾਕਾ ਸਰਹੰਦ ਬਾਬਤ ਸ਼ਾਇਰ। ਆਪਾਂ ਇਸ ਲੜੀ ਨੂੰ ਅੱਗੇ ਤੋਰਦੇ ਹੋਏ ਗੱਲ ਕਰਦੇ ਹਾਂ ਸ਼ਾਇਰ ਦੀ ਉਸ ਗੱਲ ਦੀ। ਐਸਾ ਨਾ ਹੋ ਕਿ ਤਖ਼ਤ ਸੇ ਤਖ਼ਤ ਨਸੀਬ ਹੋ, दुश्मन तुम्हारी जान का हर एक हबीब हो। तुम आली खानदान हो, शरीफ व नजीब हो, देखो बचा रहा हूँ तुम गड़े के करीब हो। क्यों रहम करके लेते हो दोजक जहान में, जोड़े हुए हैं तीर मुकद्दर कमान में। ਅਜਿਹਾ ਨਾ ਹੋਵੇ ਕਿ ਤਖਤ ਹਾਸਲ ਕਰਦੇ ਕਰਦੇ ਤਖਤਾ ਫਾਂਸੀ ਮਿਲ ਜਾਵੇ ਅਤੇ ਹਰ ਇੱਕ ਦੋਸਤ ਤੁਹਾਡੀ ਜਾਨ ਦਾ ਦੁਸ਼ਮਣ ਬਣ ਜਾਵੇ। ਤੁਸੀਂ ਉੱਚੇ ਖਾਨਦਾਨ ਨਾਲ ਸੰਬੰਧ ਰੱਖਦੇ ਹੋ, ਸਾਊ ਹੋ, ਕੁਲੀਨ ਹੋ। ਇਸ ਸਮੇਂ ਤੁਸੀਂ ਇੱਕ ਟੋਏ ਦੇ ਨਜ਼ਦੀਕ ਖੜੇ ਹੋ, ਵੇਖਣਾ ਕਿਤੇ ਡਿੱਗ ਨਾ ਜਾਣਾ। ਇਹਨਾਂ ਬੱਚਿਆਂ ਉੱਤੇ ਤਰਸ ਖਾ ਕੇ ਨਰਕ ਕਿਉਂ ਖੱਟ ਰਹੇ ਹੋ। ਤਕਦੀਰ ਰੂਪੀ ਕਮਾਨ ਵਿੱਚ ਤੀਰ ਚੜ੍ਹ ਚੁੱਕੇ ਹਨ। मंजूर जबकि सांप का सर भी है फोड़ना, बेजा है फिर तो बचाए अफीम को छोड़ना। 10वें गुरु का हो जो खजाना बटोरना, बच्चों की पहले बाप से गर्दन मरोड़ना। नाजिम था इस लाइन की बातों में आ गया, बेमहर बेधर्म की था घातों में आ गया। ਜਦੋਂ ਪੱਕੀ ਤਰ੍ਹਾਂ ਧਾਰ ਲਿਆ ਹੈ ਕਿ ਸੱਪ ਦੀ ਸਿਰੀ ਫੇਣੀ ਹੈ ਤਾਂ ਫਿਰ ਸੱਪ ਦੇ ਬੱਚਿਆਂ ਨੂੰ ਛੱਡਣਾ ਬੇਵਜ੍ਹਾ ਹੈ। ਜਦੋਂ 10ਵੇਂ ਗੁਰੂ ਦਾ ਖਜ਼ਾਨਾ ਲੁੱਟਣ ਦੀ ਮਨਸ਼ਾ ਹੈ ਤਾਂ ਬਾਪ ਤੋਂ ਪਹਿਲਾਂ ਬੱਚਿਆਂ ਦੀ ਗਰਦਨ ਮਰੋੜਨੀ ਹੋਵੇਗੀ। ਨਵਾਬ ਇਸ ਕਮੀਨੇ ਦੀਆਂ ਗੱਲਾਂ ਵਿੱਚ ਆ ਗਿਆ ਤੇ ਨਿਰਦਈ ਅਤੇ ਅਧਰਮੀ ਦੀਆਂ ਚਾਲਾਂ ਵਿੱਚ ਫਸ ਗਿਆ। दो भाई शेर खान व खिजर खां पठान थे, मलेर कोटला के वो मशहूर खान थे। एक रोज आके रन में लड़े कुछ जवान थे, गोबिंद इनके बाप की ले बैठे जान थे। नाजिम ने सोचा नंद ने उनसे कहा कि लो बदला पिदर का, इनके लहू को बहा के लो बदला पिदर का। ਸ਼ੇਰ ਖਾਨ ਤੇ ਖਿਜ਼ਰ ਖਾਨ ਦੋ ਪਠਾਨ ਭਰਾ ਸਨ ਜੋ ਮਲੇਰ ਕੋਟਲਾ ਦੇ ਰਹਿਣ ਵਾਲੇ ਸਨ ਅਤੇ ਮਸ਼ਹੂਰ ਖਾਨ ਸਨ। ਇੱਕ ਦਿਨ ਕੁਝ ਜਵਾਨ ਜੋ ਗੁਰੂ ਗੋਬਿੰਦ ਸਿੰਘ ਜੀ ਉੱਤੇ ਚੜ੍ਹ ਕੇ ਆਏ ਸਨ, ਨਾਲ ਹੋਈ ਜੰਗ ਵਿੱਚ ਇਹਨਾਂ ਦੇ ਪਿਤਾ ਗੁਰੂ ਜੀ ਹੱਥੋਂ ਮਾਰੇ ਗਏ ਸਨ। ਨਵਾਬ ਅਤੇ ਉਸਦੇ ਦੀਵਾਨ ਸੁੱਚਾ ਨੰਦ ਨੇ ਖਾਨ ਭਰਾਵਾਂ ਨੂੰ ਕਿਹਾ ਕਿ ਮੌਕਾ ਹੈ, ਇਹਨਾਂ ਦਾ ਖੂਨ ਵਹਾ ਕੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈ ਲਵੋ। कहने लगे वो तुम तो निहायत जलील हो, नामर्दी कि बताते जरी को शबील हो। मुख्तार तुम हमारे हो या तुम वकील हो, नाहक बयान करते जो बोधी दलील हो। बदला ही लेना होगा तो हम लेंगे बाप से, महफूज रखे हमको खुदा ऐसे पाप से। ਖਾਨ ਭਰਾਵਾਂ ਨੇ ਉੱਤਰ ਵਿੱਚ ਕਿਹਾ ਕਿ ਤੁਸੀਂ ਨਿਹਾਇਤ ਕਮੀਨੇ ਹੋ ਜੋ ਬਹਾਦਰਾਂ ਨੂੰ ਨਾਮਰਦੀ ਦੇ ਤੌਰ ਤਰੀਕੇ ਦੱਸ ਰਹੇ ਹੋ। ਤੁਸੀਂ ਸਾਡੇ ਮੁਖਤਾਰ ਹੋ ਕੇ ਵਕੀਲ ਹੋ, ਨਿਕੰਮੀਆਂ ਦਲੀਲਾਂ ਤੇ ਗਲਤ ਬਿਆਨ ਦੇ ਰਹੇ ਹੋ। ਜੇਕਰ ਅਸੀਂ ਬਦਲਾ ਲੈਣਾ ਹੀ ਹੋਇਆ ਤਾਂ ਅਸੀਂ ਇਹਨਾਂ ਪਾਸੋਂ ਨਹੀਂ, ਸਿੱਧਾ ਇਹਨਾਂ ਦੇ ਬਾਪ ਤੋਂ ਲਵਾਂਗੇ। ਖੁਦਾ ਸਾਨੂੰ ਅਜੇ ਪਾਪ ਤੋਂ ਬਚਾ ਕੇ ਰੱਖੇ। ਝਾੜੇ वो खा के दोनों शर्मशार हो गए, जलाद सारे कत्ल से बेजार हो गए। ज़्यादा दलेर फिर सितम आज़ार हो गए, दीवार में चुनाने को वो तैयार हो गए। ईंटें मंगाई चूना भी फौरन बहम किया, यारा नहीं बयान का फिर जो सितम किया। ਮਾਲੇਰ ਕੋਟਲਾ ਦੇ ਖਾਨਾ ਪਾਸੋਂ ਝਾੜਾਂ ਖਾ ਕੇ ਨਵਾਬ ਤੇ ਸੁੱਚਾ ਨੰਦ ਸ਼ਰਮਸ਼ਾਰ ਹੋ ਗਏ। ਸਾਰੇ ਜਲਾਦ ਵੀ ਕਤਲ ਤੋਂ ਬੜੇ ਦੁਖੀ ਸਨ। ਜ਼ਾਲਮ ਨਵਾਬ ਤੇ ਸੁੱਚਾ ਨੰਦ ਰੋਹ ਵਿੱਚ ਆ ਗਏ ਅਤੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣ ਕੇ ਸ਼ਹੀਦ ਕਰਨ ਲਈ ਤਿਆਰ ਹੋ ਗਏ। ਝਟਪਟ ਇੱਟਾਂ ਮੰਗਵਾ ਲਈਆਂ ਗਈਆਂ, ਚੂਨਾ ਵੀ ਆ ਗਿਆ, ਉਪਰੰਤ ਜੋ ਕਹਿਰ ਗੁਜ਼ਰਿਆ ਉਸ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਤਾਕਤ ਨਹੀਂ ਹੈ। ਲਪਕੇ ਲਾइन दोनों वो शहजाद गान पर, हमला किया जलीलों ने हर आली शान पर। था इनका किस्सा लेके चले अब मचान पर, बुनियाद थी धर्म की खुदी जिस मकान पर। सतगुरु के लाल बोले ना छूना हमारे हाथ, गढ़ने हम आज जिंदा चलेंगे खुशी के साथ।
ਦੋਨੋਂ ਕਮੀਨੇ ਸਾਹਿਬਜ਼ਾਦਿਆਂ ਉੱਤੇ ਟੁੱਟ ਕੇ ਪੈ ਗਏ। ਨੀਚਾਂ ਨੇ ਸ਼ਾਨਾ ਮੱਤੇ ਲਾਲਾਂ ਉੱਤੇ ਹਮਲਾ ਕਰ ਦਿੱਤਾ। ਆਓ ਹੁਣ ਉਸ ਪ੍ਰਸੰਗ ਦੇ ਸਿਖਰ ਵੱਲ ਚੱਲੀਏ ਜਿੱਥੇ ਗੌਰਵ ਧਰਮ ਦੀ ਬੁਨਿਆਦ ਸੀ। ਸਤਿਗੁਰਾਂ ਦੇ ਲਾਲਾਂ ਨੇ ਲਲਕਾਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਹੱਥ ਨਾ ਲਗਾਉਣਾ, ਅੱਜ ਅਸੀਂ ਆਪ ਖੁਸ਼ੀ ਨਾਲ ਦੀਵਾਰ ਵਿੱਚ ਜਿੰਦਾ ਚਿਣੇ ਜਾਣ ਲਈ ਜਾਵਾਂਗੇ। हाथों में हाथ डाल के दोनों वो नौनिहाल, कहते हुए जुबां से बड़े सत श्री अकाल। चेहरों पे गम का नाम न था और ना था मलाल, जा ठहरे सर पे मौत के फिर भी ना था ख्याल। जिस दम गले गले थे वो मासूम गड़ गए, दिन छुपने भी न पाया कि कातिल उजड़ गए। ਦੋਨੋਂ ਗੁਰੂ ਦੇ ਲਾਲ ਇੱਕ ਦੂਜੇ ਦੇ ਹੱਥ ਵਿੱਚ ਹੱਥ ਪਾ ਕੇ ਤੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾਉਂਦੇ ਹੋਏ ਚੱਲ ਪਏ। ਉਹਨਾਂ ਦੇ ਚਿਹਰਿਆਂ ਉੱਤੇ ਨਾ ਤਾਂ ਕੋਈ ਚਿੰਤਾ ਸੀ ਅਤੇ ਨਾ ਹੀ ਉਦਾਸੀ। ਮੌਤ ਦੇ ਸਿਰ ਉੱਤੇ ਖੜੇ ਸਨ, ਲੇਕਿਨ ਫਿਰ ਵੀ ਮੌਤ ਤੋਂ ਜਰਾ ਵੀ ਭੈ ਨਹੀਂ ਸੀ। ਜਦੋਂ ਉਸਰ ਰਹੀ ਦੀਵਾਰ ਮਾਸੂਮ ਲਾਲਾਂ ਦੇ ਗਲਾਂ ਤੱਕ ਪਹੁੰਚੀ ਤਾਂ ਦਿਨ ਤਾਂ ਭਾਵੇਂ ਅਜੇ ਨਹੀਂ ਸੀ ਛੁਪਿਆ, ਲੇਕਿਨ ਕਾਤਲ ਆਪਣਾ ਕਾਰਾ ਕਰਕੇ ਚਲੇ ਗਏ ਸਨ। दीवार के दबाव से जब हबस दम हुआ, दौरान खून रुकने लगा सांस कम हुआ। फरमाए दोनों हम पे बेज़ाहिर सितम हुआ, बातन में पंथ पर है खुदा का करम हुआ। 100 साल और जी के भी मरना जरूर था, सर कौम से बचाना ये गैरत से दूर था। ਦੀਵਾਰ ਦੇ ਦਬਾਅ ਨਾਲ ਜਦੋਂ ਸਾਹ ਘੁੱਟਣ ਲੱਗਾ ਅਤੇ ਨਾੜੀਆਂ ਵਿੱਚ ਖੂਨ ਦਾ ਦੌਰਾ ਰੁਕਣ ਲੱਗਾ ਤਾਂ ਸਵਾਸ ਲੈਣੇ ਔਖੇ ਹੋ ਗਏ। ਦੋਹਾਂ ਸਾਹਿਬਜ਼ਾਦਿਆਂ ਨੇ ਕਿਹਾ ਕਿ ਅਸੀਂ ਬੇਸ਼ੱਕ ਸਾਡੇ ਉੱਤੇ ਪ੍ਰਤੱਖ ਰੂਪ ਵਿੱਚ ਭਾਰੀ ਜ਼ੁਲਮ ਹੋਇਆ ਹੈ, ਲੇਕਿਨ ਅੰਦਰੂਨੀ ਤੌਰ ਉੱਤੇ ਇਸ ਨਾਲ ਪੰਥ ਉੱਤੇ ਪਰਮੇਸ਼ਰ ਦੀ ਮਿਹਰ ਹੀ ਹੋਈ ਹੈ। ਜੇਕਰ ਅਸੀਂ 100 ਸਾਲ ਹੋਰ ਜ਼ਿੰਦਗੀ ਮਾਣ ਲੈਂਦੇ ਫਿਰ ਵੀ ਤਾਂ ਮਰਨਾ ਹੀ ਸੀ। ਕੌਮ ਦੇ ਹਿੱਤਾਂ ਨੂੰ ਵਿਸਾਰ ਕੇ ਆਪਣੀ ਜਾਨ ਬਚਾਉਣਾ ਸ਼ਰਮ ਵਾਲੀ ਗੱਲ ਹੈ। ਹਮ ਜਾਨ ਦੇ ਕੇ औरों की जाने बचा चले, सिक्खी की नींव हम है सरों पे उठा चले। गुरियाई का है किस्सा जहाँ पे बना चले, सिंगों की सल्तनत का है पौधा लगा चले। गद्दी से ताजो तख्त बस हम कौम पाएगी, दुनिया में जालिम का निशान तक मिटाएगी। ਅਸੀਂ ਆਪਣੀ ਜਾਨ ਵਾਰ ਕੇ ਦੂਜਿਆਂ ਦੀਆਂ ਜਾਨਾਂ ਬਚਾ ਚੱਲੇ ਹਾਂ, ਆਪਣੇ ਸਿਰ ਦੇ ਕੇ ਸਿੱਖੀ ਦੀ ਨੀਂਹ ਉਸਾਰ ਚੱਲੇ ਹਾਂ, ਸੰਸਾਰ ਵਿੱਚ ਗੁਰਿਆਈ ਦਾ ਪ੍ਰਸੰਗ ਬਣਾ ਚੱਲੇ ਹਾਂ ਤੇ ਖਾਲਸਾ ਪੰਥ ਦੇ ਰਾਜ ਭਾਗ ਦਾ ਪੌਦਾ ਲਗਾ ਚੱਲੇ ਹਾਂ। ਹੁਣ ਕੌਮ ਗੁਰਿਆਈ ਦੀ ਥਾਂ ਤਾਜ ਤੇ ਤਖਤ ਮਾਨੇਗੀ ਅਤੇ ਸੰਸਾਰ ਦੇ ਨਕਸ਼ੇ ਤੋਂ ਜ਼ਾਲਮਾਂ ਦਾ ਨਿਸ਼ਾਨ ਤੱਕ ਮਿਟਾ ਦੇਵੇਗੀ। ठोडी तक ईंटें चिन्ह दी गई, मुंह तक आ गई, बीनी को ढांपते ही वो आंखों पे छा गई। हर चांद सी जवी को ग्रहण लगा गई, लगते जिगर गुरु के वो दोनों छुपा गई। जोगी जी इसके बाद हुई थोड़ी देर थी, बस्ती सरहंद शहर की ईंटों का ढेर थी। जोगी जी इसके बाद हुई थोड़ी देर थी, बस्ती सरहंद की ईंटों का ढेर थी। दीवार ਦੀ ਉਸਾਰੀ ਉੱਚੀ ਹੁੰਦੀ ਜਾ ਰਹੀ ਸੀ। ਇੱਟਾਂ ਠੋਡੀ ਤੱਕ ਆ ਗਈਆਂ, ਹੁਣ ਮੂੰਹ ਤੱਕ ਪੁੱਜ ਗਈਆਂ। ਨੱਕ ਢਕੇ ਗਏ ਅਤੇ ਹੁਣ ਅੱਖਾਂ ਨੂੰ ਵੀ ਉਸਰ ਰਹੀ ਦੀਵਾਰ ਨੇ ਢੱਕ ਲਿਆ। ਇੰਜ ਪ੍ਰਤੀਤ ਦੇ ਰਿਹਾ ਸੀ ਜਿਵੇਂ ਲਾਲਾਂ ਦੇ ਚੰਦਰਮਾ ਜਿਹੇ ਮੱਥਿਆਂ ਨੂੰ ਗ੍ਰਹਿਣ ਲੱਗ ਗਿਆ ਹੋਵੇ। ਅਤੇ ਫਿਰ ਉਸਰ ਰਹੀ ਕੰਧ ਨੇ ਗੁਰੂ ਜੀ ਦੇ ਦੋਹਾਂ ਦਿਲ ਦੇ ਟੁਕੜਿਆਂ ਨੂੰ ਆਪਣੇ ਓਹਲੇ ਛਿਪਾ ਲਿਆ। ਜੋਗੀ ਜੀ ਲਿਖਦੇ ਹਨ ਕਿ ਇਹ ਸਾਕਾ ਵਾਪਰੇ ਥੋੜ੍ਹਾ ਹੀ ਸਮਾਂ ਹੋਇਆ ਸੀ ਕਿ ਸਰਹੰਦ ਸ਼ਹਿਰ ਦੀ ਬਸਤੀ ਇੱਟਾਂ ਦਾ ਢੇਰ ਬਣ ਗਈ। ਸਰਹੰਦ ਸ਼ਹਿਰ ਦੀ ਬਸਤੀ ਇੱਟਾਂ ਦਾ ਢੇਰ ਬਣ ਗਈ। ਸੱਚ ਦੱਸਾਂ ਮੇਰੇ ਪਿਆਰਿਓ, ਸੁਣਨ ਵਾਲਿਓ, ਮੇਰੇ ਦੋਸਤੋ, ਮੇਰੇ ਮਿੱਤਰੋ, ਮੇਰੇ ਸਾਥੀਓ, ਇਹ ਸਾਕਾ ਸਰਹੰਦ ਸੁਣਾਉਂਦੇ ਸੁਣਾਉਂਦੇ ਮੇਰੀ ਜਵਾਨ ਹੀ ਰੁਕ ਗਈ ਹੈ। ਇਸ ਨੂੰ ਲੜੀ ਨੂੰ ਜਿਸ ਦਿਨ ਮੈਂ ਤੋਰਿਆ ਸੀ, ਹੌਲੀ ਹੌਲੀ ਕਰਦੇ ਮੇਰੇ ਜਿਹੜੇ ਜ਼ਖਮ ਸੀਗੇ, ਸਿੱਖੀ ਨੂੰ ਜੋ ਜ਼ਖਮ ਜ਼ਾਲਿਮ ਨੇ ਦਿੱਤੇ ਸੀ, ਉਹਨਾਂ ਦੇ ਉੱਤੇ ਲੂਣ ਛਿੜਕਣ ਵਾਲੀਆਂ ਇਹ ਗੱਲਾਂ ਅੱਜ ਇੰਨੀਆਂ ਤਾਜ਼ਾ ਹੋ ਗਈਆਂ ਕਿ ਜ਼ਖਮ ਬਹੁਤ ਹੀ ਦਰਦ ਕਰ ਰਹੇ ਹਨ।
ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਉਹ ਲਾਲ ਜੋ ਰਹਿੰਦੀ ਦੁਨੀਆ ਤੱਕ ਰਹਿਣਗੇ। ਸਜਦਾ ਹੈ ਮੇਰਾ ਉਸ ਧਰਤੀ ਨੂੰ, ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਨੂੰ, ਜਿੱਥੇ ਸਾਡੇ ਕੌਮ ਦੇ ਹੀਰਿਆਂ ਨੇ ਕੰਧਾਂ ਦੇ ਵਿੱਚ ਚਿਣਦੇ ਹੋਏ ਵੀ ਸਤਿ ਸ੍ਰੀ ਅਕਾਲ ਆਖਿਆ, ਸਤਿ ਸ੍ਰੀ ਅਕਾਲ ਆਖਿਆ।